ਹੈਲੋ एवरीवन ਆਪਾਂ ਕਰ ਰਹੇ ਹਾਂ 10th ਕਲਾਸ ਦੇ ਇਕਨੋਮਿਕਸ ਸੈਕਸ਼ਨ ਦਾ ਬੇਟੇ ਫਰਸਟ ਲੈਸਨ ਜਿਸ ਦੇ ਵਿੱਚ ਅਸੀਂ ਸਪਲਾਈ ਆਫ ਮਨੀ ਤੱਕ ਕਰ ਚੁੱਕੇ ਹਾਂ ਤੇ ਹੁਣ ਅਸੀਂ ਕਰਾਂਗੇ ਗਵਰਨਮੈਂਟ ਬਜਟ। ਮੈਂ ਕੋਸ਼ਿਸ਼ ਕਰਾਂਗੀ ਕਿ ਤੁਹਾਨੂੰ ਇਸ ਦੇ ਵਿੱਚ ਸਾਰਾ ਲੈਸਨ ਕਵਰ ਕਰਵਾ ਦੇਵਾਂ, ਪਰ ਬੇਟੇ ਜੇ ਨਹੀਂ ਕਵਰ ਹੁੰਦਾ ਤਾਂ ਜ਼ਿਆਦਾ ਤੇਜ਼ੀ ਨਾਲ ਕਰਨ ਨਾਲ ਆਪਾਂ ਨੂੰ ਕੁਝ ਟੌਪਿਕ ਸਮਝ ਆਉਣੋਂ ਰਹਿ ਜਾਣਗੇ। ਕੋਸ਼ਿਸ਼ ਮੇਰੀ ਹੋਏਗੀ ਕਿ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਖਤਮ ਕਰਨ ਦੀ ਕੋਸ਼ਿਸ਼ ਕਰਾਂ। ਗੌਰਮੈਂਟ ਬਜਟ ਕੀ ਹੁੰਦਾ ਬੇਟੇ ਕਿ ਗੌਰਮੈਂਟ ਜਦੋਂ ਵੀ ਕੋਈ ਹੈਗਾ ਕੰਮ ਕਰਦੀ ਹੈ ਉਹ ਆਪਣੇ ਖਰਚੇ ਅਤੇ ਆਮਦਨ ਦਾ ਹਿਸਾਬ ਲਗਾਉਂਦੀ ਹੈ ਕਿ ਸਾਲ ਦੇ ਵਿੱਚ ਮੈਨੂੰ ਇੰਨੀ ਆਮਦਨ ਹੋਣ ਦੀ ਆਸ ਹੈ ਅਤੇ ਮੇਰੇ ਇੰਨੇ ਖਰਚੇ ਹੋਣਗੇ, ਜਿਸ ਨਾਲ ਉਸਨੂੰ ਪਤਾ ਲੱਗਦਾ ਹੈ ਕਿ ਮੇਰੇ ਖਰਚੇ ਵੱਧ ਹੋ ਰਹੇ ਨੇ ਕਿ ਮੇਰੀ ਆਮਦਨ ਵੱਧ ਹੋਏਗੀ ਜਾਂ ਦੋਨੋਂ ਬਰਾਬਰ ਰਹਿਣਗੇ। ਇੱਕ ਅੰਦਾਜ਼ਾ ਲਗਾਉਂਦੀ ਹੈ, ਬਟ ਇਹ ਜ਼ਰੂਰੀ ਨਹੀਂ ਕਿ ਜੋ ਉਹਨੇ ਅੰਦਾਜ਼ਾ ਲਗਾਇਆ ਤਾਂ ਸਾਲ ਦੇ ਅਖੀਰ ਦੇ ਵਿੱਚ ਉਹੀ ਚੀਜ਼ ਹੋਵੇਗੀ, ਵੱਧ ਘੱਟ ਵੀ ਹੋ ਸਕਦੀ ਹੈਗੀ ਹੈ। ਲੇਕਿਨ ਇਹ ਸਾਰਾ ਜਿਹੜਾ ਹੈ ਸਾਲ ਦਾ ਬੇਟਾ ਇਹ ਕਦੋਂ ਕਰਦੀ ਹੈ ਗੌਰਮੈਂਟ? 28 ਫੈਬ ਐਵਰੀ ਈਅਰ, ਹਰ ਸਾਲ ਦੀ 28 ਨੂੰ ਇਹ ਆਪਣਾ ਬਜਟ ਕੀ ਹੈ ਪ੍ਰੈਜ਼ੈਂਟ ਕਰਦੀ ਹੈ ਕਿੱਥੇ? ਲੋਕ ਸਭਾ ਦੇ ਵਿੱਚ। ਕਿਉਂਕਿ ਜਿਵੇਂ ਬੇਟਾ ਅਸੀਂ ਘਰ ਦੇ ਵਿੱਚ ਵੀ ਪਾਪਾ ਬਜਟ ਬਣਾਉਂਦੇ ਨੇ ਤੁਹਾਡੇ, ਮੈਨੂੰ ਇੰਨੀ ਇਨਕਮ ਆਏਗੀ, ਮੈਨੇ ਆਹ ਖਰਚਾ ਕੱਢਣਾ ਹੈ, ਆਹ ਖਰਚਾ ਦੇਣਾ ਹੈ, ਆਹ ਫੀਸ ਭਰਨੀ ਹੈ, ਆਹ ਬਿੱਲ ਭਰਨੇ ਹੈ ਅਤੇ ਮੇਰੀ ਇੰਨੀ ਤਨਖਾਹ ਹੈ, ਮੈਨੂੰ ਕਿੰਨੇ ਕੁ ਸੇਵ ਹੋਣਗੇ ਤਾਂ ਮੈਂ ਹੈਗਾ ਉਹ ਕਿਤੇ ਲਗਾਉਣ ਦਾ ਬੰਦਾ ਸੋਚ ਸਕਦਾ, ਕਿਤੇ ਹੋਰ ਪੈਸਾ ਇਨਵੈਸਟ ਕਰਨ ਦਾ। ਪਰ ਕਈ ਵਾਰੀ ਕੁਛ ਪਤਾ ਨਹੀਂ ਹੁੰਦਾ ਕਿ ਸਾਲ ਦੇ ਵਿੱਚ ਕੋਈ ਤੁਹਾਡੇ ਘਰ 'ਚ ਫੰਕਸ਼ਨ ਆ ਗਿਆ, ਵੱਧ ਖਰਚਾ ਹੋ ਗਿਆ, ਜਿਹੜਾ ਤੁਸੀਂ ਬਚਾਇਆ ਹੋਇਆ ਸੀ ਉੱਥੇ ਲੱਗ ਗਿਆ। ਜੋ ਤੁਸੀਂ ਸੋਚਿਆ ਹੋਇਆ ਸੀਗਾ ਪਾਪਾ ਨੇ ਕਿ ਮੈਂ ਇਸ ਵਾਰੀ ਮਹੀਨੇ ਹੀ ਲੈ ਲਾਂਗਾ ਚੀਜ਼ ਜਾਂ ਹੀ ਲੈ ਲਾਂਗਾ, ਘਰੇ ਸੋਚਿਆ ਸੀ ਉਹ ਚੀਜ਼ ਨਹੀਂ ਹੋਈ ਕਿਉਂਕਿ ਕੋਈ ਫੰਕਸ਼ਨ ਆ ਗਿਆ। ਤਾਂ ਜ਼ਰੂਰੀ ਨਹੀਂ ਕਿ ਜੋ ਸੋਚਿਆ ਹੁੰਦਾ ਉਹ ਹੋਵੇ, ਬਟ ਇੱਕ ਸਿਰਫ ਐਸਟੀਮੇਟ ਜਸਟ ਲਗਾਉਂਦੇ ਨੇ ਰਫਲੀ ਕਿ ਇੰਨਾ ਆਮਦਨ ਇੰਨਾ ਖਰਚਾ। ਉਹ ਅਸੀਂ ਲੋਕ ਸਭਾ ਵਿੱਚ ਗੌਰਮੈਂਟ ਕਦੋਂ ਪੇਸ਼ ਕਰਦੀ ਆ? ਆਪਣਾ ਫੈਬਰਰੀ ਦੀ 28 ਤਰੀਕ ਨੂੰ। ਡੈਫੀਨੇਸ਼ਨ ਬੇਟਾ ਇਹਦੇ ਵਿੱਚ ਹੈ, ਗੌਰਮੈਂਟ ਬਜਟ ਇਜ਼ ਐਨ ਐਨੂਅਲ ਸਟੇਟਮੈਂਟ ਆਫ ਐਸਟੀਮੇਟ, ਰੈਵਨਿਊ ਮੀਨਸ ਆਮਦਨ, ਐਕਸਪੈਂਡੀਚਰ ਮੀਨ ਖਰਚਾ ਆਫ ਦਾ ਗੌਰਮੈਂਟ, ਸਰਕਾਰ ਦੀ ਆਮਦਨ ਅਤੇ ਖਰਚਾ। ਟਾਈਪਸ ਆਫ ਬਜਟ, ਹੁਣ ਬਜਟ ਕਿੰਨੀ ਤਰ੍ਹਾਂ ਦੇ ਹੋ ਗਏ ਬੇਟਾ? ਬੈਲੈਂਸ ਬਜਟ, ਜਿਵੇਂ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਕਿ ਰੈਵਨਿਊ ਅਤੇ ਜਿਹੜਾ ਹੈ ਗੌਰਮੈਂਟ ਦਾ ਐਕਸਪੈਂਡੀਚਰ ਅਗਰ ਇਕੁਅਲ ਹੋਵੇ, 10 ਰੁਪਏ ਉਹਨੂੰ ਪਤਾ ਮੈਨੂੰ ਕਿਤੋਂ ਆਉਣਗੇ, 10 ਰੁਪਏ ਮੈਂ ਖਰਚ ਕਰਨੇ ਆ, ਬਰਾਬਰ ਉਹਦਾ ਬੈਲੈਂਸ ਰਿਹਾ। ਸਰਪਲਸ ਬਜਟ ਕੀ ਹੁੰਦਾ ਬੇਟਾ? ਜਦੋਂ ਰੈਵਨਿਊ, surplus budget is a budget in which revenue of the government exceeds in the expenditure. As a result of it, there is a deficiency in aggregate demand. Such type of budget is suitable for situation when there is an increase in aggregate demand. ਇਹਦੇ ਵਿੱਚ ਕੀ ਹੁੰਦਾ ਬੇਟਾ? ਜਦੋਂ ਆਮਦਨ ਕੀ ਹੈ ਰੈਵਨਿਊ ਗੌਰਮੈਂਟ ਦੀ ਜ਼ਿਆਦਾ ਹੋਵੇ ਖਰਚੇ ਤੋਂ, ਉਸਨੂੰ ਅਸੀਂ ਕਹਿੰਦੇ ਹਾਂ ਉਹਦੇ ਵਿੱਚ ਕੀ ਹੁੰਦਾ ਹੈਗਾ, ਐਜ਼ ਅ ਰਿਜ਼ਲਟ ਦੇਰ ਇਜ਼ ਅ ਡੈਫੀਸ਼ੈਂਸੀ ਡਿਮਾਂਡ। ਐਗਰੀਗੇਟ ਡਿਮਾਂਡ ਜਿਹੜੀ ਪੂਰੀ ਡਿਮਾਂਡ ਆ ਉਹਦੇ ਵਿੱਚ ਡੈਫੀਸ਼ੈਂਸੀ ਦਿਖੀ ਜਾਂਦੀ, ਘੱਟ ਦੇਖਿਆ ਜਾਂਦਾ ਹੈ। ਕਿਉਂ? ਖਰਚਾ ਨਹੀਂ ਹੋਇਆ ਇਸ ਲਈ ਹੈਗਾ, ਡਿਮਾਂਡ ਨਹੀਂ ਹੋਈ ਉਹਨੇ ਤਾਂ ਹੀ ਖਰਚਾ ਨਹੀਂ ਹੋਇਆ। ਨੈਕਸਟ ਹੈ ਡੈਫੀਸ਼ੀਟ ਬਜਟ। ਡੈਫੀਸ਼ੀਟ ਬਜਟ ਕੀ ਹੋਏਗਾ? ਘਾਟੇ ਦਾ ਬਜਟ, ਜਿਸ ਦੇ ਵਿੱਚ ਕੀ ਹੋਊਗਾ ਖਰਚਾ ਵੱਧ ਹੋਏਗਾ ਅਤੇ ਆਮਦਨ ਘੱਟ ਹੋਏਗੀ। ਡੈਫੀਸ਼ੀਟ ਬਜਟ ਇਜ਼ ਦਾ ਬਜਟ ਇਨ ਵਿਚ ਐਕਸਪੈਂਡੀਚਰ ਫॉर ਗੌਰਮੈਂਟ ਐਕਸੈਸਡ ਇਟਸ ਰੈਵਨਿਊ, ਐਜ਼ ਰਿਜ਼ਲਟ ਐਗਰੀਗੇਟ ਡਿਮਾਂਡ ਇੰਕਰੀਜ਼। ਸਚ ਟਾਈਪ ਆਫ ਬਜਟ ਇਜ਼ ਸੁਟੇਬਲ ਵੈਨ ਦੇयर इज़ अ सिचुएशन ऑफ डेफिशिएंसी और एग्रीगेट डिमांड। एग्जाम्पल्स बेटा मैं ਤੁਹਾਨੂੰ ਦੱਸ ਚੁੱਕੀ ਹਾਂ, ਗੌਰਮੈਂਟ ਦੀ ਵੀ ਉਹੀ ਨੇ। ਨੈਕਸਟ ਹੈ ਡੈਫੀਸਿਟ ਫਾਈਨਾਂਸਿੰਗ। ਹੁਣ ਡੈਫੀਸਿਟ ਫਾਈਨਾਂਸਿੰਗ ਤੁਸੀਂ ਡੈਫੀਸਿਟ ਪਾ ਚੁੱਕੇ ਹੋ, ਘਾਟੇ ਦਾ ਬਜਟ। ਤਾਂ ਘਾਟੇ ਦੇ ਬਜਟ ਨੂੰ ਅਸੀਂ ਕਿਵੇਂ ਪੂਰਾ ਕਰਦੀ ਹੈ ਗੌਰਮੈਂਟ? ਡੈਫੀਸਿਟ ਫਾਈਨਾਂਸਿੰਗ ਇਜ਼ ਦਾ ਮੈਥਡ ਬਾਈ ਵਿਚ ਗੌਰਮੈਂਟ ਮੀਟਸ ਦਾ ਬਜਟਰੀ ਡੈਫੀਸਿਟ ਬਾਈ ਟੇਕਿੰਗ ਲੋਨਸ ਫਰੋਮ ਦਾ ਸੈਂਟਰ ਗੌਰਮੈਂਟ। ਤਾਂ ਇੱਥੇ ਦੇਖੋ ਲਾਈਨ ਨੂੰ ਦੇਖੋ ਕਿ ਲੋਨ ਲੈਂਦੀ ਹੈ ਸੈਂਟਰ ਗੌਰਮੈਂਟ ਤੋਂ ਇਸ ਬਜਟ ਨੂੰ ਭਰਨ ਲਈ। ਜਿਵੇਂ ਕੋਈ ਆਪਣੇ ਘਰੇ ਘਾਟਾ ਹੋ ਜੇ ਤਾਂ ਆਪਾਂ ਕਿਤੋਂ ਨਾ ਕਿਤੋਂ ਆਪਣੀ ਕੋਈ ਪਾਪਾ ਕੋਈ FD ਤੜਵਾ ਦੇਣ, ਕੋਈ ਘਰ ਦਾ ਕੋਈ ਬੰਦਾ ਆਪਣੀ ਕੋਈ ਚਲੋ ਜ਼ਮੀਨ ਚਲੋ ਇਹ ਸੇਲ ਕਰ ਦਿੰਦੇ ਆ, ਮੈਨੂੰ ਖਰਚਾ ਬਹੁਤ ਵੱਡਾ ਆ ਗਿਆ। ਸੈਂਟਰਲ ਬੈਂਕਸ ਮੀਟਸ ਦਿਸ ਡੈਫੀਸ਼ੈਂਸੀ ਬਾਈ ਪ੍ਰਿੰਟਿੰਗ ਨਿਊ ਕਰੰਸੀ ਨੋਟ। ਅਤੇ ਸੈਂਟਰਲ ਬੈਂਕ ਕਿਵੇਂ ਭਰਦਾ ਹੈ? ਸੈਂਟਰਲ ਬੈਂਕ ਕੋਲ ਕਿੱਥੋਂ ਆਉਂਦੇ ਨੇ? ਕਿਉਂਕਿ ਉਹਦੇ ਕੋਲ ਪਾਵਰ ਹੁੰਦੀ ਹੈ ਨਵੇਂ ਕਰੰਸੀ ਨੋਟ ਛਾਪਣ ਦੀ। Consequently, money supply increase and prices are expected to rise. Deficit financing is one method to meet the deficit of government. ਤਾਂ ਇਹੀ ਵਾਰੀ ਡੈਫੀਸਿਟ ਫਾਈਨਾਂਸਿੰਗ ਕੀ ਹੈ? ਗੌਰਮੈਂਟ ਦੇ ਘਾਟੇ ਜਿਹੜਾ ਪੈ ਜਾਂਦਾ ਉਸ ਨੂੰ ਭਰਨ ਦਾ ਕੰਮ ਕਰਦੀ ਹੈ। Budget, when aggregate expenditure exceeds aggregate revenue, then the government has to face deficit. Then it is called the deficit financing. Borrowing from central bank by government to meet the deficit. Central bank give this loan by printing new currency notes. This deficit is met by taking out the cash balance from the government treasury. ਜਾਂ ਕੀ ਕਰਦੀ ਹੈ? ਟੇਕਿੰਗ ਆਊਟ ਦਾ ਕੈਸ਼ ਬੈਲੈਂਸ ਫਰੋਮ ਦਾ ਗੌਰਮੈਂਟ ਟ੍ਰੈਜਰੀ। ਗੌਰਮੈਂਟ ਦੇ ਜਿਹੜੇ ਆਪਣੇ ਰੱਖੇ ਹੁੰਦੇ ਨੇ ਪੈਸੇ ਉਹਨਾਂ ਦੇ ਵਿੱਚੋਂ ਲੈ ਲੈਂਦੀ ਹੈ। ਟੂ ਇਸ਼ੂ ਨਿਊ ਕਰੰਸੀ ਨੋਟਸ ਬਾय द गवर्नमेंट अदर दैन ऑलरेडी इशू बाय द रिजर्व बैंक ऑफ इंडिया। ਤਾਂ ਇਸ ਤਰ੍ਹਾਂ ਬੇਟੇ ਡੈਫੀਸਿਟ ਫਾਈਨਾਂਸਿੰਗ ਦਾ ਇਹ ਮਤਲਬ ਹੋ ਗਿਆ।
ਇਹਦੇ ਬਾਰੇ ਇੱਕ RV ਰਾਓ ਨੇ ਡੈਫੀਨੇਸ਼ਨ ਦਿੱਤੀ ਹੈ। when the government deliberately keeps the difference in public revenue and expenditure and create deficit in the budget and meet this deficit by such method which increase the supply of money mean ਪੈਸੇ ਦੀ ਨੂੰ ਗੌਰਮੈਂਟ ਕੀ ਹੈ ਮਾਰਕੀਟ ਦੇ ਵਿੱਚ ਉਹਦਾ ਫੈਲਾਅ ਮੀਨਸ ਗੌਰਮੈਂਟ ਸਪਲਾਈ ਵਧਾ ਦਿੰਦੀ ਕਿਸੇ ਚੀਜ਼ ਦੀ ਪੂਰਤੀ ਵਧਾ ਦਿੰਦੀ ਹੈ ਤਾਂ ਕਿ ਇਹ ਡੈਫਿਸਿਟ ਫਾਈਨਾਂਸ। ਨੈਕਸਟ ਆ ਗਿਆ ਪਬਲਿਕ ਫਾਈਨਾਂਸ। ਇਟ ਇਜ਼ ਅ ਕੰਬੀਨੇਸ਼ਨ ਆਫ 2 वर्ड, 2 वर्ड्स ਕਿਹੜੇ ਨੇ ਪਬਲਿਕ ਪਲੱਸ ਫਾਈਨਾਂਸ। ਪਬਲਿਕ ਦੇ ਫਾਈਨਾਂਸ, ਪਬਲਿਕ means group of people who are represented by the government and finance mean monetary factor. Thus public finance means the financial sources of the government is that revenue and expenditure, that portion of economics in which the problem of revenue expenditure discussed is called the public finance। ਜਿਸ ਦੇ ਵਿੱਚ ਆਪਾਂ ਰੈਵਨਿਊ ਤੇ ਐਕਸਪੈਂਡੀਚਰ ਦੀ ਗੱਲ ਕੀਤੀ ਉਸ ਨੂੰ ਅਸੀਂ ਕਹਿੰਦੇ ਹਾਂ ਪਬਲਿਕ ਫਾਈਨਾਂਸ। ਪਬਲਿਕ ਫਾਈਨਾਂਸ is study of problem of government institution concerned central state local government। public finance includes revenue and government टैक्स इंटरस्ट प्रॉफिट एक्सेट्रा सारा कुछ जो भी बेटे आमदन के नाल रिलेटेड या खर्च नाल रिलेटेड होएगा सारा कुछ असीं दे विच पढ़ते हुंदे आ। पब्लिक एक्सपेंडिचर इंक्लूड डिफेंस डेफिसिट एडमिनिस्ट्रेशन एजुकेशन हैल्थ इंडस्ट्री एग्रीकल्चर एक्सेट्रा क्योंकि गवर्नमेंट ने सारे हत्थी खर्च करना हुंदा ते आमदन भी उन्होंने मिलती हैगी है। पब्लिक डैट की होगा मतलब किसी ते उधार चढ़ जाना आर आल्सो स्टडी अंडर पब्लिक फाइनांस। द इकनॉमिक एक्टिविटी गवर्नमेंट ऑफ द कंट्री हैव टू इंक्रीज विद द पैसेज ऑफ टाइम। गवर्नमेंट की की एक्टिविटीज़ बढ़ रही ने हुण गवर्नमेंट देखो कितना कुछ फ्री देन लग गई आ चीज़ गरीबों वास्ते ये चीज़ वो वास्ते ये चीज़ ऐसी गर्ल्स वास्ते तो कितना कुछ गवर्नमेंट एक्टिविटी बढ़ गई तो हुण खर्च तो करना पेगा गवर्नमेंट नूं कितों ना कितों तो उस लिए अपना रेवन्यू कितना कितने वधाएगी टैक्स बढ़ रहे हैं ताही ठीक है ना। तो ये नाल की है गवर्नमेंट जो हजे भी कोई फर्क लगता फिर वो सेंट्रल बैंक तो भी RBI तो अपना नोट की करंसीज छपवा लेंदी है ठीक है। It study not only revenue expenditure of government but it also study the economic activity of government concerns specially economic objective like full employment। ਹੁਣ full employment भी किवें देगी जे वो अपनी पब्लिक कोई इंटरप्राइज या कोई पब्लिक इंडस्ट्री या कुछ खोलेगी उत्थे पब्लिक नूं की है एम्प्लॉयमेंट्स दे सकती है। नैक्सट जी डेफिनेशन है बेटा in public finance along with the study of income and expenditure of the government administration their interrelationship फाइनैशियल कंट्रोल एंड मैनेजमेंट आर आल्सो स्टडीड। हुण सोर्स ऑफ इनकम की है ये तो दस चुके हैं टैक्स होंगे ने पर टैक्स भी बेटा दो टाइप के होंगे एक डायरैक्ट टैक्स इनडायरैक्ट टैक्स। डायरैक्ट टैक्स की होंगे बेटा डायरैक्ट टैक्स के विच तुहानूं इनकम टैक्स सैलरी ते लगती है ठीक है वो की होगी थोड़ी डायरैक्ट टैक्स है। बट इनडायरैक्ट टैक्स की है जो थोनों नहीं पता कि थोतों वो टैक्स के कुछ पैसे लिते जा रहे हैं वो इंकलूडिंग थोड़ी कोई चीज़ लैन जाने हो तुसी खाना रेस्टोरेंट खान जाने हो तुसी मॉल चो कोई कपड़ा खरीदया तो इंकलूडिंग होते 12% 30% जो भी टैक्स है वो उसकी कीमत विच ही जोड़ दिता जाता है जो थोनों डायरैक्ट नहीं दिखता। तुसी सोचते हो नहीं मेरे तो इन्नी चीज़ लीती है ये तो टैक्स टूस किहड़ा लग्या है मेरे तो किहड़ा कट्टे ने पैसे पर थोनों ही नहीं पता वो चीज़ दे विच ही इनकलूड कर के ही थोनों बाद विच एंड दे विच प्राइस दसे जाते हैं। तो जो इनडायरैक्टली सातों टैक्स लिया जाता है वो इनडायरैक्ट टैक्स जो डायरैक्ट सातों जिवें इनकम तो सीधा ही गवर्नमेंट ने कहता इन्ना थोड़ा टैक्स कट के तुसीं लो है जी आ थोड़ी इनकम है तो वो की होंगे डायरैक्ट टैक्स। पब्लिक डैट हुण उधार तुहानूं क्या सी उधार की है गवर्नमेंट लोगों तो ट्रैजरी या कुछ उन्होंने गिरवी रख लेंदी है तो उन्होंने पैसे लोन वगैरह रूप में दे देंदी है। एवरी गवर्नमेंट टेक्स मैनी टाइप्स ऑफ लोन्स इन ऑर्डर टू मीट इट्स एक्सपेंसिस दीज लोन आर कॉल्ड पब्लिक डैट। पब्लिक डैट मीनस ऑल टाइप ऑफ लोन टेकन बाय द गवर्नमेंट टेकन करती है उन्होंने। It includes both type of loans taken from internal as well as external source of country। Types of with example public debt mainly 2 types केड़ी है बेटा इंटरनल डेप्ट मीनस अपनी कंट्री दे अंदरों लोन लेना या उधार लेना कुछ भी अपनी कंट्री दे अंदर एंड जिवें नैशनल सेविंग सर्टिफिकेट्स ठीक है लोगों नैशनल सर्टिफिकेट देते उन्होंने तो पैसा की है गवर्नमेंट को ले आ गया ठीक है। विकास पत्र लोगों ने कागज़ के रूप में उन्होंने जिन्ना पैसा डिपॉजिट कराया उन्होंने लिख के कागज़ के रूप में देता लेकिन कैश की है गवर्नमेंट को आ गया। उन्हें कैश में गवर्नमेंट की करेगी एक्सपेंडिचर करेगी अपने खर्चों को करेगी तो जो थोड़ा लोड़ है गवर्नमेंट कितों होर किसी तो लैके या किसी होर तरह तुहानूं फिर वापस कर देगी। जे हैगा गवर्नमेंट नूं देण दा ना होया तो वो नैक्सट लास्ट ऑप्शन होंदी है करंसी नोट छाप के थोड़ा थोड़ा देगी बट थोड़ा पैसा सेफ है उत्थे बट गवर्नमेंट थोतों एक थोड़ा चीज़ दे के कोई कागज़ के रूप में थोड़े पैसे का प्रूफ देख के थोनों गवर्नमेंट तो कैश के रूप में इन हैंड अपने कर लिया। हुण पावर्टी लाइन नैक्सट टॉपिक बेटा सॉरी एक्सटर्नल डेप्ट की है इंटरनल अंदरों देश दे एक्सटर्नल बाहरों कोई असी जो लोन या फॉरन एक्सचेंज तो कोई फॉरन तो किसी भी रूप के कोई असी करते हैं ठीक है लोन टाइप।
ਨੈਕਸਟ ਹੈ ਪਾਵਰਟੀ ਲਾइन। ਪਾਵਰਟੀ ਲਾइन ਕੀ ਹੁੰਦੀ ਬੇਟਾ, ਗੌਰਮੈਂਟ ਨੇ ਹਰ ਪਰਸਨ ਨੂੰ ਇੱਕ ਲਿਮਟਿਡ ਲਾइन मीन लिमिटेड रेशियो दसी हुई है कि जे तुसी पर डे इन्ना पैसा कमाने हो, थोड़ी इनकम इन्नी है तो तुसी गरीबी रेखा दे उपर हो। अगर तुसी इस तो घट इनकम थोनों दिंदी है पर डे तो तुसी की है गरीब हो। जे इस लाइन तो थोनों उपर मीनस एग्जाम्पल मैं दिनी हाँ कि 250 रुपये समझो गौरमेंट ने पर डे का बंदे रखता कि इन्नी इनकम जे है तो वह पावर्टी लाइन के उत्ते है। अगर किसी बंदे की 250 तो घट है सैलरी एक दिन की तो की है वो गरीबी रेखा तो हेठ है, मीनस वो गरीब है। पर जिहदी 250 रुपये तो वध है सैलरी पर डे की एक दिन की तो वह की है गरीबी रेखा तो उपर है, मीनस वो बंदा गरीब नहीं असी कह सकते कि उन्होंने प्रॉपर जिन्ना खाण लई उसनूं पोषण लई उसनूं न्यूट्रीशन लई जिन्ने पैसे जिन्ने सारा कुछ चाहिए जे वो उस लाइन के उत्ते है जो गौरमेंट ने फिक्स की है तो वह गरीब नहीं, जे उस लाइन तो नीचे है तो गरीब है। हुण एक्सटेंट ऑफ पावर्टी लाइन इंडिया। हुण पावर्टी लाइन इंडिया दे विच की है कहंदा विद द चेंज इन द लैवल ऑफ प्राइसिस ऑफ एक्सटेंट ऑफ पावर्टी लाइन आल्सो चेंज। प्राइसिस चेंज हो रहे हैं तो पावर्टी लाइन भी चेंज हो रही है। एक्सपर्ट कमेटी अपॉइंटेड द प्लानिंग कमीशन 1962 हैड अडॉप्टेड द मिनिमम कंजम्पशन लैवल इन ऑर्डर टू फिक्स द पावर्टी लाइन। गौरमेंट ने की किया 1962 च एक मिनिमम कंजम्पशन कि जे लोग इन्ने चीज़ खा रहे इन्ना चीज़ कंज्यूम कर रहे हैं तो वह पावर्टी लाइन फिक्स करेगा। As per the committee, those people will be considered below the poverty line whose monthly consumption is less than 20 rupees per month on prices of 1960-61 ਦੇ accordingly 20 rupees per month महीने ਦੇ 20 रुपए ਦੇ ਹਿਸਾਬ ਨਾਲ ਜੇ ਉਹ ਮੰਥਲੀ ਕੰਜ਼ੰਪਸ਼ਨ ਘੱਟ ਹੈ ਤਾਂ ਉਹ ਕੀ ਹੈ ਗਰੀਬ, ਜੇ ਇਸ ਤੋਂ ਵੱਧ ਹੈ ਤਾਂ ਉਹ ਅਮੀਰ। ਅਮੀਰ ਵੀ ਨਹੀਂ ਕਹਿ ਸਕਦੇ ਕਿ ਗਰੀਬੀ ਰੇਖਾ ਤੋਂ ਨਹੀਂ ਹੈਗੇ ਉਹ, ਠੀਕ ਹੈ। ਨੈਕਸਟ ਬੇਟਾ ਅਕॉर्डिंग टू अप्रोच ऑफ 6th 5-year plan, next paragraph, those will be considered to be below poverty line whose monthly consumption expenditure based on the price of 1979 to 80 was less than 76 in rural area, 88 in urban areas। ਪਿੰਡਾਂ ਦੇ ਵਿੱਚ 76 रुपीज़, ठीक है, और शहरों ਦੇ ਵਿੱਚ 88 रुपीज़ अगर परसन whose monthly consumption है तो वो गरीबी तो नहीं है, अदरवाइज वो गरीब है। नैक्सट बेटा सारी एग्जाम्पल ये ही ने। अगे आ गया थोड़ा ग्रोथ रेट। हुण ग्रोथ रेट की है कि इकोनॉमी दे विच गौरमेंट खर्च कर रही है तो कितना क वाधा हो रहा है, तो इकोनॉमी प्रोग्रैस असी ग्रोथ रेट इकोनॉमी प्रोग्रैस भी कर सकते हैं। ऑफ एवरी इकोनॉमी इज एक्सप्लेन्ड बाय ग्रोथ रेट। ग्रोथ रेट इंप्लाइज दैट इन कंपैरिजन ऑफ पर्टिकुलर ईयर विद एनी अदर ईयर्स हाउ मच परसेंटेज चेंज लुक प्लेस इन एनी इकोनॉमिक एलीमेंट। मीनस ग्रोथ असी कित्थों पता कर सकते, किसी चीज़ को कंपेयर करके कर सकते हैं ना कि किसी चीज़ कंपेयर हो। तुसी हाइट देख लो, ठीक है, थोड़ी हाइट समझ लो 4 फुट 8 इंच है, तुसी उसनों कंपेयर किया अपना हुण पिछले साल नाल, तुसी उदों 4 फुट 5 इंच सी, फिर तुसी अगले साल थोड़ी जिन्नी वध जाएगी तुसी फिर कंपेयर करोगे, फिर तुहानूं पता लगे कि ग्रोथ हुई है कि नहीं हुई है बच्चे की, ठीक है। डेफिनेशन के ग्रोथ रेट इज़ द परसेंटेज रेट विच इट इज़ नोन दैट कंपैरिजन ऑफ 1 ईयर हाउ मच परसेंटेज चेंज इन टेकन प्लेस इन नैशनल इनकम और पर कैपिटा इनकम इन एनी अदर ईयर। क्योंकि असीं इकनॉमिक्स पढ़ रहे हैं तो इत्थे असीं गल करांगे नैशनल इनकम ते पर कैपिटा इनकम जो असीं पहलां पढ़िया प्रति व्यक्ति की आमदन अते देश की आमदन दोनों पिछले साल नालों वधिया ने की घटिया ने, उस हिसाब नाल असीं देश की ग्रोथ नूं फिक्स करते हाँ, ठीक है। हुण देखो बेटा कैपिटल पर इनकम इन 1997 96 नाल कंपेयर कर रहा हो 10,000 माइनस 8,000 96 के 8,000 होएगी उदे हुण 10,000 है तो 2,000 की प्रॉफिट है। ओरिजिनल पर कैपिटा इनकम 8,000। नैक्सट हो गया चेंज इन पर कैपिटा इनकम, चेंज कितना होया 2,000 का, पर ओरिजिनल कितनी सी 8,000 मल्टीप्लाई बाय 100 25% की है ग्रोथ रेट इन परसेंटेज निकल आई थोनों, ठीक है। नैक्सट टॉपिक है फॉरन एड। फॉरन एड होंगे बेटा जो फॉरन तो किसी भी तरह की गवर्नमेंट हैल्प लैंदी है, हैल्प इन द फॉर्म ऑफ मनी। In economy, the term foreign aid is used in wider sense. It includes foreign capital, foreign loans, foreign grants. Means कोई सानू grants की होंदी है जो एक सानू किसी नू गिफ्ट के रूप में कुछ मिलता है उसनों असी grants कहने हैं but in the form of money. Foreign aid means capital investment, loans, grants in any country by foreign government, foreign individuals, foreign trade, foreign bank, international institution, ठीक है। ये सारे नाल जिहड़ा पैसा कोई मिले उन्होंने असी कहने फॉरन एड मतलब फॉरन तो सहायता। टाइप्स की हो गया बेटा हुण जिवें तुहानूं उपर पढ़िया ने वही सारी एक्सप्लेनेशन है। फॉरन कैपिटल की होगी, बाय फॉरन कैपिटल वी मीन इन्वेस्टमेंट इन द प्रोडक्शन एक्टिविटी ऑफ एनी कंट्री बाय द फॉरनर्स। हुण जिवें आपां ने मल्टीनेशनल कंपनीज आ गई,
ਅਸੀਂ ਕਹਿੰਦੇ ਹਾਂ ਜੀ ਇਹ ਮੋਲ ਤਾਂ ਮਲਟੀਨੈਸ਼ਨਲ ਕੰਪਨੀ ਦਾ ਓਨਰ ਨੇ, ਉਹਨਾਂ ਨੇ ਲਗਾਇਆ ਹੋਇਆ ਹੈ। ਤਾਂ ਕੀ ਹੈ, ਸਾਡੇ ਦੇਸ਼ ਵਿੱਚ ਆ ਕੇ ਉਹਨਾਂ ਨੇ ਇਨਵੈਸਟਮੈਂਟ ਕੀਤੀ ਹੈ, ਮੀਨਸ ਸਾਨੂੰ ਉੱਥੋਂ ਹੈਲਪ ਮਿਲੀ ਹੈ। ਉਹ ਪਰਸਨਸ ਜਾ ਕੇ ਪੈਸਾ ਸਾਡੇ ਇੱਥੇ ਲਗਾਇਆ ਅਤੇ ਸਾਡੇ ਪਰਸਨਸ ਨੂੰ ਇੰਪਲੋਇਮੈਂਟ ਮਿਲੀ। ਫਿਰ in the first form, foreign capital can be invested in the form of direct foreign investment, which means foreign companies can set up companies in other country and manage them। ਤੇ ਉਹਨੂੰ ਹੈਂਡਲ ਸਾਰਾ ਕਰਦੀਆਂ ਨੇ, ਉੱਥੇ ਬੈਠੇ ਹੀ ਆਪਣਾ ਆਪਣੇ EMPLOYEES ਕੀ ਹੈ ਇੱਥੇ ਫਿਕਸ ਕਰ ਦਿੰਦੀਆਂ ਨੇ, ਜਿਹੜਾ ਸਾਰਾ ਦੇਖਦੇ ਨੇ ਤੇ ਉਹਨਾਂ ਨੂੰ ਫਿਰ ਰਿਪੋਰਟ ਕਰਦੇ ਨੇ। Foreign loans, foreign loans are taken from foreign country, trade organization and international institution। The foreign loan which are taken for long time and at low rate of interest are called soft loan। ਇਹ ਕੁਐਸਚਨ ਬਣਦਾ ਬੇਟੇ, ਸੌਫਟ ਲੋਨ ਤੇ ਹਾਰਡ ਲੋਨ ਕੀ ਹੁੰਦੇ ਨੇ? ਸੌਫਟ ਲੋਨ ਹੁੰਦੇ ਨੇ ਜਿਹੜੇ ਕਿ ਅਸੀਂ ਲੌਂਗ ਟਾਈਮ ਵਾਸਤੇ ਕੋਈ ਪੈਸਾ ਉਧਾਰ ਲਈਏ ਤੇ ਰੇਟ ਵੀ ਇੰਟਰਸਟ ਘੱਟ ਹੋਵੇ, ਉਹਨੂੰ ਸੌਫਟ ਲੋਨ। ਵਾਈਸ ਵਰਸਾ, ਸ਼ਾਰਟ ਪੀਰੀਅਡ ਦੇ ਵਿੱਚ ਲੋਨ ਲਈਏ ਤੇ ਰੇਟ ਆਫ ਇੰਟਰਸਟ ਵੀ ਹਾਈ ਲਈਏ, ਇਹ ਅਸੀਂ ਐਮਰਜੈਂਸੀ ਦੇ ਵਿੱਚ ਕਰਦੇ ਹਾਂ, ਇਹਨੂੰ ਅਸੀਂ ਕਹਿੰਦੇ ਹਾਂ ਹਾਰਡ ਲੋਨਸ। ਫੋਰਨ ਗ੍ਰਾਂਟਸ are part of foreign aid which are received from foreign government and institution as assistance and which are not to be repaid। ਗ੍ਰਾਂਟਸ ਮੀਨ ਗਿਫਟ ਆ ਗਿਆ, ਗਿਫਟ ਤੁਸੀਂ ਵਾਪਸ ਨਹੀਂ ਕਰਦੇ, ਇਸ ਲਈ ਇਸ ਨੂੰ ਗ੍ਰਾਂਟਸ ਕਿਹਾ ਜਾਂਦਾ ਹੈ, ਗਿਫਟ ਕਿਹਾ ਜਾਂਦਾ ਹੈ, ਕਿਉਂਕਿ ਜਿਹੜਾ ਇਹ ਫੋਰਨ ਨੇ ਆਪਣਾ ਦੇਤਾ ਕੋਈ ਹੈਗਾ ਤਾਂ ਉਹ ਵਾਪਸ ਨਹੀਂ ਲਿਆ ਜਾਂਦਾ। ਜਿਵੇਂ ਅਸੀਂ ਸੋਸ਼ਲ ਸੰਸਥਾ ਨੂੰ ਕੋਈ ਇਨਸਾਨ ਅਮੀਰ ਚੈੱਕ ਕੱਟ ਕੇ ਦੇ ਦਿੰਦੇ ਨੇ ਕਿ ਆ ਮੈਂ ਦਾਨ ਕੀਤਾ ਜੀ, ਤਾਂ ਉਹ ਇੱਕ ਗ੍ਰਾਂਟ ਬਣ ਜਾਂਦੀ ਹੈ ਜਿਸ ਨੂੰ ਦੁਬਾਰਾ ਵਾਪਸ ਨਹੀਂ ਕਰਨਾ ਹੁੰਦਾ ਉਸ ਪਰਸਨ ਨੂੰ। ਨੈਕਸਟ ਟੌਪਿਕ ਹੈ ਬੇਟਾ ਬੈਲੈਂਸ ਆਫ ਪੇਮੈਂਟ। ਬੈਲੈਂਸ ਆਫ ਪੇਮੈਂਟ ਇਹੀ ਨੇ ਕਿ ਗੌਰਮੈਂਟ ਦੇ ਪੈਸਾ ਆਇਆ ਤੇ ਗੌਰਮੈਂਟ ਜਿਹੜਾ ਦਿੱਤਾ ਬੈਲੈਂਸ ਹੈ, ਕੋਈ ਉਹਨਾਂ ਦੇ ਵਿੱਚ ਫਰਕ ਨਹੀਂ ਹੈ। ਡੈਫੀਨੇਸ਼ਨ ਦੇਖ ਲੈਣੇ ਕਿੰਡਲਬਰਗਰ ਦੀ। ਏ ਕੰਟਰੀ ਬੈਲੈਂਸ ਆਫ ਪੇਮੈਂਟ ਇਜ਼ ਅ ਕ੍ਰੋਨਿਕਲ ਰਿਕਾਰਡ ਆਫ ਇਕਨੋਮਿਕ ਟ੍ਰਾਂਜੈਕਸ਼ਨ ਡਨ ਬਾਈ ਰੈਜ਼ੀਡੈਂਟਸ ਆਫ ਦੈਟ ਕੰਟਰੀ ਵਿਦ ਦ ਫੋਰਨਰਸ। means different country of the world trade with each other, they trade in goods, services, capital। goods, services received by the country from the other country are called import। ਜਿਹੜਾ ਅਸੀਂ ਬਾਹਰਲੇ ਦੇਸ਼ 'ਚੋਂ ਸਾਡੇ ਕੋਲ ਕੁਛ ਆਉਂਦਾ ਉਸਨੂੰ ਅਸੀਂ ਇੰਪੋਰਟ ਕਹਿੰਦੇ ਹਾਂ, ਜੋ ਸਾਡੇ ਕੋਲੋਂ ਬਾਹਰ ਜਾਂਦਾ ਉਸਨੂੰ ਅਸੀਂ ਐਕਸਪੋਰਟ ਕਹਿੰਦੇ ਹਾਂ। ਕਲੀਅਰ। ਫੋਰ ਐਗਜ਼ਾਮਪਲ ਇੰਡੀਆ ਐਕਸਪੋਰਟ ਟੀ ਟੂ ਇਰਾਕ। ਅਸੀਂ ਚਾਹ ਦੀ ਪੈਦਾਵਾਰ ਬਹੁਤ ਜ਼ਿਆਦਾ ਹੈ, ਇਸ ਲਈ ਅਸੀਂ ਚਾਹ ਕੀ ਹੈ ਐਕਸਪੋਰਟ ਕਰਦੇ ਇਰਾਕ ਨੂੰ। ਵਨ ਕੰਟਰੀ ਹੈਜ਼ ਟੂ ਮੇਕ ਪੇਮੈਂਟ ਟੂ ਅਦਰ ਕੰਟਰੀ ਫॉर ਇੰਪੋਰਟ ਐਂਡ ਅਦਰ ਕੰਟਰੀ ਗੈਟ ਮਨੀ ਫਰੋਮ ਦ ਐਕਸਪੋਰਟ। ਦ ਅਕਾਊਂਟ ਰਿਸੀਵਡ ਐਂਡ ਪੇਮੈਂਟ ਆਫ ਦ ਗਵਰਨਮੈਂਟ ਆਫ ਵਨ ਕੰਟਰੀ ਫਰੋਮ ਅਦਰ ਕੰਟਰੀ ਡਿਊਰਿੰਗ ਦਾ 1 ਈਅਰ ਇਜ਼ ਕਾਲਡ ਬੈਲੈਂਸ ਆਫ ਪੇਮੈਂਟ। ਬਾਹਰ ਕਿੰਨਾ ਪੈਸਾ ਗਿਆ ਤੇ ਬਾਹਰੋਂ ਕਿੰਨਾ ਪੈਸਾ ਆਇਆ। ਐਕਸਪੋਰਟ ਬਾਹਰ ਭੇਜੋਗੇ ਤੁਹਾਡੇ ਕੋਲ ਪੈਸਾ ਆਏਗਾ ਤੇ ਤੁਸੀਂ ਜੇ ਕੋਈ ਚੀਜ਼ ਮੰਗਵਾਓਗੇ ਉਹਦਾ ਪੈਸਾ ਤੁਹਾਨੂੰ ਬਾਹਰ ਦੇਣਾ ਪਏਗਾ। ਇਹ ਜਿਹੜਾ ਲੈਣ ਦੇਣ ਹੈ ਇਸ ਦੇ ਨੂੰ ਕੀ ਕਹਿੰਦੇ ਨੇ ਬੈਲੈਂਸ ਆਫ ਪੇਮੈਂਟ। ਪਰ 1 ਈਅਰ ਦਾ ਦੇਖਿਆ ਜਾਂਦਾ ਹੈ ਕਿ 1 ਸਾਲ ਦੇ ਵਿੱਚ ਬਾਹਰ ਕਿੰਨਾ ਪੈਸਾ ਗਿਆ, ਮੀਨਸ ਬਾਹਰੋਂ ਕਿੰਨੀ ਚੀਜ਼ਾਂ ਆਈਆਂ ਤੇ ਕਿੰਨਾ ਪੈਸਾ ਬਾਹਰੋਂ ਆਇਆ, ਮੀਨਸ ਅਸੀਂ ਕਿੰਨੀ ਚੀਜ਼ਾਂ ਭੇਜ ਕੇ ਪੈਸਾ ਲਿੱਤਾ। ਇਹਦਾ ਹਿਸਾਬ ਕਿਤਾਬ ਅਸੀਂ 1 ਸਾਲ ਦਾ ਦੇਖਦੇ ਹਾਂ, ਇਸ ਨੂੰ ਕਹਿੰਦੇ ਨੇ ਬੈਲੈਂਸ ਆਫ ਪੇਮੈਂਟ। ਅੱਗੇ ਬੇਟਾ ਆ ਗਿਆ ਆਈਟਮ ਆਫ ਬੈਲੈਂਸ ਆਫ ਪੇਮੈਂਟ ਕੀ ਜੋੜਦੇ ਆ। ਆਈਟਮਸ ਆਫ ਕਰੰਟ ਅਕਾਊਂਟਸ। ਕਰੰਟ ਅਕਾਊਂਟਸ ਕੀ ਹੋ ਗਏ ਚਾਲੂ ਖਾਤੇ, ਕਿ ਜੋ ਸਾਡਾ ਕਰੰਟ ਚੱਲ ਰਿਹਾ ਅਕਾਊਂਟ। ਇੰਪੋਰਟ ਐਂਡ ਐਕਸਪੋਰਟ ਆਫ ਟੈਂਜੀਬਲ ਗੁੱਡਸ ਇਜ਼ ਦੈਟ ਕਲੋਥ, ਮਸ਼ੀਨ, ਟੀ ਐਟਸੈਕਟਰਾ। ਜੋ ਸਾਨੂੰ ਵਿਚ ਆਰ ਕਲੀਅਰਲੀ ਵਿਜ਼ੀਬਲ, ਜੋ ਦਿਖਦਾ ਸਾਨੂੰ ਕਿੰਨਾ ਕਲੋਥ ਆਇਆ ਗਿਆ, ਇੰਨੀ ਮਸ਼ੀਨ ਆਈ ਗਈ, ਉਹ ਸਾਰਿਆਂ ਦਾ ਹਿਸਾਬ ਕਿਤਾਬ ਜਿਹੜਾ ਰੱਖਿਆ ਜਾਂਦਾ ਹੈ ਉਹ ਸਾਨੂੰ ਡਾਇਰੈਕਟ ਦਿਖਦਾ ਹੈ। ਡਿਫਰੈਂਸ ਆਫ ਇੰਪੋਰਟ ਐਂਡ ਐਕਸਪੋਰਟ ਆਫ ਥੀਸ ਗੁੱਡਸ ਇਜ਼ ਕਾਲਡ ਦ ਬੈਲੈਂਸ ਆਫ ਟਰੇਡ। ਟਰੇਡ ਹੋ ਰਿਹਾ ਨਾ, ਇੱਕ ਬਿਜ਼ਨਸ ਹੋ ਰਿਹਾ। ਨੈਕਸਟ ਹੈ ਇਨਵਿਜ਼ੀਬਲ ਗੁੱਡਸ ਇਜ਼ ਦੈਟ ਸਰਵਿਸਿਜ਼ ਗਿਵਨ ਬਾਈ ਇੰਸ਼ੋਰੈਂਸ ਕੰਪਨੀ, ਬੈਂਕਸ, ਡਾਕਟਰ, ਜਿਹੜੀ ਅਸੀਂ ਦੇ ਰਹੇ ਹਾਂ ਸਰਵਿਸਿਜ਼, ਉਹ ਕੀ ਹੋ ਗਈ ਇਨਵਿਜ਼ੀਬਲ ਗੁੱਡਸ। ਹੁਣ ਬਾਹਰ ਬੈਠਾ ਡਾਕਟਰ ਹੈ ਫੋਰਨ ਦਾ, ਤੁਸੀਂ ਉਹ ਤੋਂ ਕੰਸਲਟ ਕਰਦੇ ਹੋ, ਉਹਨੂੰ ਤੁਸੀਂ ਪੇਟੀਐਮ ਨਾਲ ਪੇ ਦੇ ਦਿੰਦੇ ਹੋ, ਤਾਂ ਉਹ ਕੀ ਹੋ ਗਈ ਉਹਦੀ ਇਨਵਿਜ਼ੀਬਲ ਸਰਵਿਸਿਜ਼ ਹੋ ਗਈ ਆ। ਠੀਕ ਹੈ। ਨੈਕਸਟ ਹੈ ਆਈਟਮ ਆਫ ਕੈਪੀਟਲ ਗੁੱਡ। ਹੁਣ ਕੈਪੀਟਲ ਮੁਦਰਾ ਦੇ ਵਿੱਚ ਕੀ ਅਕਾਊਂਟ ਰੱਖਦੇ ਹੋ ਤੁਸੀਂ, ਲੋਨਸ ਦਿਖਦੇ ਨੇ ਤੁਹਾਨੂੰ। ਗਵਰਨਮੈਂਟ, ਕੈਪੀਟਲ, ਇੰਪੋਰਟ ਐਂਡ ਐਕਸਪੋਰਟ ਆਫ ਗੋਲਡ, ਸੋਨਾ। ਇੱਕ ਕੈਪੀਟਲ ਦੇ ਫਾਰਮ 'ਚ ਤੁਸੀਂ ਕੋਈ ਚੀਜ਼ ਰੱਖੀ ਹੋਈ ਹੈ, ਖਾਤਾ ਨਹੀਂ ਹੈ, ਜਾਂ ਚੀਜ਼ ਰੱਖੀ ਹੋਈ ਹੈ। ਠੀਕ ਹੈ। ਨੈਕਸਟ ਹੈ ਬੇਟਾ ਮੋਨੀਟਰੀ ਪਾਲਿਸੀ, ਫਾਈਨੈਂਸ਼ੀਅਲ ਪਾਲਿਸੀਜ਼, ਫਿਸਕਲ ਪਾਲਿਸੀ। ਜੇ ਤੁਸੀਂ ਇਨਕਮ ਤੇ ਐਕਸਪੈਂਡੀਚਰ ਰੱਖਿਆ ਸੀ, ਮੋਨੀਟਰੀ ਪਾਲਿਸੀ 'ਚ ਕੀ ਹੁੰਦਾ ਹੈ ਗੌਰਮੈਂਟ ਦੇ ਕਿੱਥੋਂ ਪੈਸਾ ਪ੍ਰੋਡਿਊਸ ਕਰ ਰਹੀ ਹੈ। ਮੋਨੀਟਰੀ ਪਾਲਿਸੀ ਦੈਟ ਪਾਲਿਸੀ ਥਰੂ ਵਿਚ ਦ ਗਵਰਨਮੈਂਟ ਐਨੀ ਕੰਟਰੀ ਆਫ ਦ ਸੈਂਟਰਲ ਗਵਰਨਮੈਂਟ ਇਨ ਆਰਡਰ ਟੂ ਅਚੀਵ ਸਰਟਨ ਆਬਜੈਕਟਿਵ ਕੰਟਰੋਲਸ ਦ ਸਪਲਾਈ ਆਫ ਮਨੀ, ਕਾਸਟ ਆਫ ਮਨੀ, ਰੇਟ ਆਫ ਇੰਟਰਸਟ ਐਂਡ ਅਵੇਲੇਬਿਲਿਟੀ ਆਫ ਮਨੀ, ਕਿ ਪੈਸਾ ਕਿੱਥੋਂ ਮਿਲੇਗਾ। ਇਹ ਸਾਰਾ ਮੀਨਸ ਪੈਸੇ ਨੂੰ ਇਕੱਠਾ ਕਰਨ ਵਾਲਾ ਕੰਮ ਜਿਹੜਾ ਹੈ, ਪੈਸੇ ਦੀ ਸਪਲਾਈ ਵਧਾਉਣ ਵਾਲਾ ਜਿਹੜਾ ਸਾਰਾ ਕੰਮ ਹੈ ਉਹ ਕਿਸ ਵਿੱਚ ਆਉਂਦਾ ਹੈ ਮੋਨੀਟਰੀ ਪਾਲਿਸੀ ਦੇ ਵਿੱਚ। ਡੈਫੀਨੇਸ਼ਨ ਆਫ ਮੋਨੀਟਰੀ ਪਾਲਿਸੀ ਕੀ ਹੈ ਬੇਟਾ। ਮੋਨੀਟਰੀ ਪਾਲਿਸੀ ਰਿਲੇਟਿਡ ਟੂ ਅਫੈਕਟ ਦ ਲੈਵਲ ਐਂਡ ਸਟਰਕਚਰ ਆਫ ਐਗਰੀਗੇਟ ਡਿਮਾਂਡ ਬਾਈ ਕੰਟਰੋਲਿੰਗ ਦ ਰੇਟ ਆਫ ਇੰਟਰਸਟ ਐਂਡ ਦ ਅਵੇਲੇਬਿਲਿਟੀ ਆਫ ਕ੍ਰੈਡਿਟ। ਇੰਟਰਸਟ ਨੂੰ ਵੀ ਕੰਟਰੋਲ ਰੱਖਦੀ ਹੈ ਕਿ ਬਾਹਲਾ ਕੋਈ ਨਾ ਹੋ ਜੇ, ਅਤੇ ਕ੍ਰੈਡਿਟ ਵੀ ਅਵੇਲੇਬਿਲਿਟੀ ਕਿੰਨੀ ਕਿੱਧਰੋਂ ਮਿਲਦੀ ਹੈ ਉਹ ਵੀ ਧਿਆਨ ਰੱਖਦੀ ਹੈ। ਹੁਣ ਮੈਥਡਸ ਆਫ ਮੋਨੀਟਰੀ ਪਾਲਿਸੀ। ਨੈਕਸਟ ਹੈ ਬੇਟਾ ਆਪਣਾ ਮੈਥਡ ਆਫ
ਮੋਨੇਟਰੀ ਪਾਲਿਸੀ ਵਰਕ ਕਿਵੇਂ ਕਰਦੀ ਹੈ। ਫੋਲੋਇੰਗ ਆਰ ਦਾ ਮੇਨ ਮੈਥਡ ਆਫ ਮੋਨੇਟਰੀ ਪਾਲਿਸੀ ਵਿਚ ਆਰ ਅਡਾਪਟਡ ਬਾय द ਸੈਂਟਰਲ ਗਵਰਨਮੈਂਟ ਇਜ਼ दैट ਰਿਜ਼ਰਵ ਬੈਂਕ ਆਫ ਕੰਟਰੋਲ ਦਾ ਕ੍ਰੈਡਿਟ। ਬੈਂਕ ਰੇਟ, ਬੈਂਕ ਕਿੰਨੇ ਰੇਟ ਤੇ ਕੋਈ ਚੀਜ਼ ਦਿੰਦੀ ਹੈ ਉਹ ਬੈਂਕ ਰੇਟ। ਓਪਨ ਮਾਰਕੀਟ ਆਪਰੇਸ਼ਨ ਹੋ ਗਏ ਕਿ ਓਪਨ ਮਾਰਕੀਟ ਦੇ ਵਿੱਚ ਕੋਈ ਵਰਕ ਚੱਲ ਰਿਹਾ, ਕੋਈ ਸਿਕਿਉਰਿਟੀਆਂ ਪਰਚੇਜ਼ ਤੇ ਸੇਲ ਹੋ ਰਹੀਆਂ ਤਾਂ ਉਹ ਕਿਸ ਰੇਟ ਤੇ ਚੱਲ ਰਹੀਆਂ ਨੇ। ਚੇਂਜ ਇਨ ਮਿਨੀਮਮ ਰਿਜ਼ਰਵ ਰੇਸ਼ੀਓ ਕਿ ਗੌਰਮੈਂਟ ਆਪਣੇ ਕੋਲੇ ਕੋਈ ਰਿਜ਼ਰਵ ਰੱਖ ਰਹੀ ਹੈ ਫਿਊਚਰ ਵਾਸਤੇ ਕਿ ਇੰਨਾ ਇਨਕਮ ਹੋਇਆ, ਇੰਨਾ ਮੈਨੇ ਐਕਸਪੈਂਡੀਚਰ ਕੀਤਾ, ਇੰਨਾ ਆਪਣੇ ਕੋਲੇ ਰਿਜ਼ਰਵ 'ਚ ਰੱਖੇਗੀ। ਹੁਣ ਤੁਸੀਂ ਵੀ ਤੁਹਾਨੂੰ ਮੈਂ ਦੱਸਿਆ ਸੀ ਪਹਿਲਾਂ ਕਿ ਪਾਪਾ ਜਾਂ ਕੋਈ ਘਰ ਦੇ ਤੁਹਾਡੇ ਰਿਜ਼ਰਵ 'ਚ ਰੱਖਦੇ ਨੇ ਕਿ ਆਹ ਪੈਸੇ ਦਾ ਮੈਂ ਆਹ ਕਰ ਲਾਂਗਾ, ਜੇ ਕੋਈ ਮੈਨੂੰ ਪ੍ਰੋਬਲਮ ਕਰੋ ਨਾ ਆਈ ਹੋਏ, ਕੋਈ ਖਰਚਾ ਨਾ ਆਇਆ ਤਾਂ ਮੈਂ ਆਹ ਕੰਮ ਕਰ ਲਾਂਗਾ। ਠੀਕ ਹੈ। ਨੈਕਸਟ ਹੈ ਚੇਂਜ ਇਨ ਲਿਕੁਇਡਿਟੀ ਰੇਸ਼ੀਓ। ਲਿਕੁਇਡ ਰੇਸ਼ੀਓ ਹੀ ਆ ਗਿਆ ਕਿ ਆਪਣੇ ਕੋਲੇ ਬੈਲੈਂਸ ਆਫ ਪੇਮੈਂਟ ਘੱਟ ਵੱਧ ਕਿਸ ਤਰ੍ਹਾਂ ਰੱਖਣਾ ਹੈ। ਡਿਊਰਿੰਗ ਡਿਪਰੈਸ਼ਨ ਸੈਂਟਰਲ ਬੈਂਕ ਕੀ ਹੈ ਰਿਡਿਊਸ ਦਾ ਲਿਕੁਇਡਿਟੀ ਰੇਸ਼ੀਓ ਘਟਾ ਦਿੰਦੀ ਹੈ। ਹੁਣ ਤੁਹਾਡੇ ਕੋਲ ਪੈਸਾ ਹੋਊਗਾ, ਕੋਈ ਘਰੇ ਕੰਮ ਆ ਗਿਆ ਜਾਂ ਕੋਈ ਬਿਮਾਰੀ ਆ, ਤੁਸੀਂ ਉਹ ਲਗਾ ਦੋਗੇ ਆਪਣਾ ਪੈਸਾ ਤੇ ਤੁਹਾਡੇ ਕੋਲ ਲਿਕੁਇਡ ਫਾਰਮ 'ਚ ਘੱਟ ਰਹਿ ਜਾਏਗਾ। ਚੇਂਜ ਇਨ ਮਾਰਜਨ ਰਿਕੁਆਇਰਮੈਂਟ ਆਫ ਲੋਨਸ ਦੀ ਵੀ ਰਿਕੁਆਇਰਮੈਂਟ ਅਕੋਰਡਿੰਗ ਟੂ ਦਾ ਨੀਡ ਚੇਂਜ ਕਰ ਦਿੰਦੀ ਹੈ। ਨੈਕਸਟ ਹੈ ਫਿਸਕਲ ਪਾਲਿਸੀ। ਬੇਟਾ ਫਿਸਕਲ ਪਾਲਿਸੀ ਫਿਰ ਉਹੀ ਆ ਗਿਆ ਇਨਕਮ ਐਂਡ ਐਕਸਪੈਂਡੀਚਰ डिपेंड करता है टू अचीव द प्री डिटरमिंड ऑब्जेक्टिव द पॉलिसी ऑफ द गवर्नमेंट रिगार्डिंग इनकम एक्सपेंडिचर एंड क्रेडिट इज कॉल्ड द फिस्कल पॉलिसी। जिस इनकम एक्सपेंडिचर से क्रेडिट कितों पैसा आके उसनों असी घाटे वाधे नूं कंप्लीट करांगे वो सारा किहदे विच हुंदा है फिस्कल पॉलिसी च। पब्लिक इनकम 3 ही आ गए, डायरैक्ट टैक्स इनडायरैक्ट टैक्स क्लीयर। नैक्सट पब्लिक डैट उधार आ गया, किसी तो लोन लेना। फिर डेफिसिट फाइनेंसिंग किमें भरनी है कि तो सेंट्रल गवर्नमेंट न्यू नोट्स प्रिंट करेगी या किमें। पब्लिक एक्सपेंडिचर खर्चा आ गया, खर्चा बेटा किमें पब्लिक वर्क्स खर्चे असी गवर्नमेंट कर दी है, डैम बनाते, रोड्स बनाती। वैलफेयर वर्क्स में एजुकेशन या पब्लिक हैल्थ से हॉस्पिटल्स के लगाता कोई इंप्रूवमेंट वास्ते गवर्नमेंट ने। फिर पुलिस से प्रिजन पुलिस से एक्सपेंडिचर किया अपनी पुलिस सिक्योरिटी में ਵਧਾਉਣ वास्ते, उन्होंने ट्रेंड करने वास्ते। क्लीयर, ये सारा कुछ अपना पब्लिक पॉलिसी च आ गया। ਮੈਨੂੰ ਉਮੀਦ ਹੈ ਕਿ ਜਿਵੇਂ ਅਸੀਂ ਕਿਹਾ ਸੀ ਅੱਜ ਅਸੀਂ ਲੈਸਨ ਕੰਪਲੀਟ ਕਰ ਲਾਂਗੇ। ਆਪਣਾ ਲੈਸਨ ਹੁਣ ਕੰਪਲੀਟ ਹੋ ਗਿਆ ਬੇਟਾ। ਥੈਂਕ ਯੂ। ਜੇ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਮੈਨੂੰ ਦੱਸੋ ਕਮੈਂਟਸ ਬਾਕਸ ਵਿੱਚ। ਤੇ ਆਈ ਥਿੰਕ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਏਗੀ, ਮੇਰਾ ਟੌਪਿਕ ਸਮਝ ਆਇਆ ਹੋਏਗਾ। ਵੱਧ ਤੋਂ ਵੱਧ ਇਸ ਨੂੰ ਲਾਈਕ ਐਂਡ ਸ਼ੇਅਰ ਕਰੋ ਐਂਡ ਸਬਸਕ੍ਰਾਈਬ ਕਰੋ। ਥੈਂਕ ਯੂ।